जी सब जन को जय मसीह की। ਜੈ ਮਸੀਹ ਕੀ। ਅਸੀਂ ਖੁਦਾ ਦਾ ਧੰਨਵਾਦ, ਖੁਦਾ ਦਾ ਸ਼ੁਕਰਾਨਾ ਕਰਦੇ ਹਾਂ ਜੋ ਖੁਦਾ ਨੇ ਇਹ ਸਮਾਂ, ਇਹ ਪਲ ਸਾਡੀ ਜ਼ਿੰਦਗੀ ਦੇ ਵਿੱਚ ਦਿੱਤੇ ਕਿ ਅਸੀਂ ਇਸ ਟੌਪਿਕ ਦੇ ਉੱਤੇ ਬੋਲ ਸਕੀਏ ਕਿ ਸਾਡੀ ਪ੍ਰਾਰਥਨਾ ਖੁਦਾ ਦੇ ਹਜ਼ੂਰ ਵਿੱਚ ਕਿੱਦਾਂ ਪਹੁੰਚਦੀ ਹੈ। ਕਿਉਂਕਿ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਹੈ, ਮੱਤੀ ਦੀ ਅੰਜੀਲ ਉਹਦਾ 7 ਅਧਿਆਏ ਉਹਦੀ 7 ਐਤ ਦੇ ਵਿੱਚ, ਮੰਗੋਗੇ ਤੇ ਤੁਹਾਨੂੰ ਦਿੱਤਾ ਜਾਏਗਾ, ਢੂੰਡੋਗੇ ਤੁਸੀਂ ਪਾਓਗੇ, ਖਟਖਟਾਓ ਤੁਹਾਡੇ ਲਈ ਖੋਲਿਆ ਜਾਏਗਾ। ਔਰ ਦੂਸਰਾ ਵਚਨ ਆਖਦਾ ਹੈ, ਹਰੇਕ ਇਨਸਾਨ ਜੋ ਵਿਸ਼ਵਾਸ ਦੇ ਨਾਲ ਮੰਗਦਾ ਹੈ ਸੋ ਪਾ ਲੈਂਦਾ ਹੈ। ਕਿਉਂਕਿ ਸਭ ਤੋਂ ਪਹਿਲੇ ਖੁਦਾ ਦੇ ਵਚਨ ਦੇ ਵਿੱਚ ਲਿਖਿਆ, ਮੰਗੋਗੇ ਤੇ ਤੁਹਾਨੂੰ ਦਿੱਤਾ ਜਾਏਗਾ। ਕਿਉਂਕਿ ਜਿੰਨਾ ਚਿਰ ਇਨਸਾਨ ਖੁਦਾ ਦੇ ਕੋਲੋਂ ਮੰਗੇਗਾ ਨਹੀਂ, ਉਹਨੂੰ ਮਿਲਣਾ ਨਹੀਂ। ਔਰ ਦੂਸਰਾ ਵਚਨ ਆਖਦਾ, ਢੂੰਡੋਗੇ ਤੇ ਤੁਸੀਂ ਪਾਓਗੇ। ਜੇਕਰ ਅੱਜ ਅਸੀਂ ਖੁਦਾ ਨੂੰ, ਖੁਦਾ ਦੇ ਰਸਤਿਆਂ ਨੂੰ ਲੱਭਣਾ ਹੈ ਤੇ ਉਹਨੂੰ ਢੂੰਡਣਾ ਪੈਣਾ ਹੈ, ਕੁਝ ਸਮਾਂ ਖੁਦਾ ਨੂੰ ਦੇਣਾ ਪੈਣਾ ਹੈ, ਫਿਰ ਖੁਦਾ ਸਾਡੀ ਜ਼ਿੰਦਗੀ ਦੇ ਅੰਦਰ ਬਲੈਸਿੰਗ ਲੈ ਕੇ ਆਵੇਗਾ। ਔਰ ਜਿੰਨਾ ਚਿਰ ਅਸੀਂ ਉਹਦੇ ਦਰਵਾਜ਼ੇ ਨੂੰ ਖੜਕਾਉਂਦੇ ਨਹੀਂ, ਉਹਨਾਂ ਚਿਰ ਸਾਡੇ ਲਈ ਉਹ ਦਰਵਾਜ਼ਾ ਖੁੱਲਣਾ ਨਹੀਂ। ਕਿਉਂਕਿ ਜਿਵੇਂ ਅਸੀਂ ਖੁਦਾ ਦੇ ਪਾਕ ਪਵਿੱਤਰ ਵਚਨ ਦੇ ਵਿੱਚੋਂ, ਯੂਨਾਹ ਨਬੀ ਦੀ ਕਿਤਾਬ ਦੇ ਵਿੱਚੋਂ ਪੜ੍ਹਦੇ ਹਾਂ, ਤੇ ਲਿਖਿਆ ਕਿ ਯੂਨਾਹ ਨੂੰ ਖੁਦਾ ਨੇ ਨਿਨਵਾ ਨੂੰ ਭੇਜਿਆ ਕਿ ਜਾ ਉੱਥੋਂ ਦੇ ਲੋਕ ਕੀ ਨੇ, ਤਬਾਹੀ ਦੇ ਨਾਲ, ਪਾਪ ਦੇ ਨਾਲ ਮਰ ਰਹੇ ਨੇ, ਤੇ ਮੈਂ ਕੁਝ ਦਿਨਾਂ ਦੇ ਬਾਅਦ ਉਸ ਦੇਸ਼ ਨੂੰ, ਉਸ ਨਗਰ ਨੂੰ ਤਬਾਹ ਕਰਨ ਵਾਲਾ ਹਾਂ, ਤੇ ਉੱਥੇ ਜਾ ਕੇ ਹੋਕਾ ਦੇ ਕਿ ਉਹ ਲੋਕ ਆਪਣੇ ਪਾਪ ਤੋਂ ਕੀ ਕਰਨ, ਪਛਤਾਪ ਕਰ ਲੈਣ ਤੇ ਪ੍ਰਭੂ ਦੇ ਹਜ਼ੂਰੋਂ ਉਹਨਾਂ ਦੇ ਲਈ ਸੁੱਖ ਦੇ ਦਿਨ ਆਉਣ। ਪਰ ਉਹ ਨਿਨਵਾ ਦੀ ਬਜਾਏ ਤਰਸ਼ੀਸ਼ ਨੂੰ ਚਲਾ ਗਿਆ ਔਰ ਉਹਨੇ ਖੁਦਾ ਦੀ ਹਜ਼ੂਰੀ ਨੂੰ ਤੋੜ ਦਿੱਤਾ। ਜਦੋਂ ਉਹਨੇ ਖੁਦਾ ਦੀ ਹਜ਼ੂਰੀ ਨੂੰ ਤੋੜਿਆ ਤੇ ਖੁਦਾ ਦਾ ਆਤਮਾ ਬਹੁਤ ਉਹਦੇ ਤੇ ਗੁੱਸੇ ਹੋਇਆ, ਕ੍ਰੋਧਵਾਨ ਹੋਇਆ ਕਿ ਮੈਂ ਤੈਨੂੰ ਕਿਸ ਜਗ੍ਹਾ ਦੇ ਉੱਤੇ ਭੇਜਿਆ ਤੇ ਕਿਸ ਜਗ੍ਹਾ ਦੇ ਵੱਲ ਜਾ ਰਿਹਾ ਹੈ। ਤੇ ਜਦੋਂ ਉਹ ਜਹਾਜ਼ ਅੱਧ ਸਮੁੰਦਰ ਦੇ ਵਿੱਚ ਚਲਾ ਗਿਆ ਤੇ ਉਸ ਸਮੁੰਦਰ ਦੇ ਵਿੱਚ ਤੂਫਾਨ, ਹਨੇਰੀਆਂ ਤੇ ਝੱਖੜ ਚੱਲਣ ਲੱਗ ਪਏ। ਔਰ ਉਸ ਜਹਾਜ਼ ਦੇ ਕਪਤਾਨ ਨੇ ਕਿਹਾ ਕਿ ਸਭੇ ਉੱਠੋ, ਉਸ ਪਰਮੇਸ਼ਵਰ ਦੇ ਅੱਗੇ ਅਰਦਾਸ ਕਰੋ, ਉਹਦੇ ਅੱਗੇ ਦੁਆ ਕਰੋ ਤਾਂ ਕਿ ਅਸੀਂ ਬਚ ਜਾਈਏ। ਕਿਉਂਕਿ ਅਸੀਂ ਪਾਪ ਤੋਂ, ਅਸੀਂ ਗੁਨਾਹ ਤੋਂ ਤਦੇ ਬਚ ਸਕਦੇ ਹਾਂ, ਆਉਣ ਵਾਲੀ ਤਬਾਹੀ ਤੋਂ ਤਦੇ ਬਚ ਸਕਦੇ ਹਾਂ ਜਦੋਂ ਸਾਡੀ ਪ੍ਰਾਰਥਨਾ ਖੁਦਾ ਦੇ ਹਜ਼ੂਰ ਦੇ ਵਿੱਚ ਹੋਵੇਗੀ। ਔਰ ਜਦੋਂ ਯੂਨਾਹ ਨੂੰ ਤਹਿਖਾਨੇ ਦੇ ਵਿੱਚੋਂ ਉਠਾਇਆ ਗਿਆ ਕਿ ਯੂਨਾਹ ਤੂੰ ਸੁੱਤਾ ਹੈ ਤੇ ਉੱਠ ਜਾ ਕੇ ਆਪਣੇ ਰੱਬ ਨੂੰ ਪੁਕਾਰ ਤਾਂ ਕਿ ਉਹ ਸੁਣੇ ਤੇ ਉਹ ਕੀ ਕਰੇ, ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾ ਲਵੇ। ਤੇ ਜਦੋਂ ਉਹਨੇ ਦੇਖਿਆ ਤੇ ਉਹਨੇ ਆਖਿਆ, ਇਹ ਤੂਫਾਨ ਕੋਈ ਆਮ ਤੂਫਾਨ ਨਹੀਂ ਆ, ਇਸ ਵੇ ਤੂਫਾਨ ਮੇਰੇ ਕਰਕੇ ਆਇਆ ਕਿਉਂਕਿ ਮੈਂ ਯਹੋਵਾ ਦੇ ਨਾਮ ਨੂੰ ਤੁੱਛ ਜਾਣਿਆ ਤੇ ਉਹਦੇ ਹੁਕਮ ਦੀ ਪਾਲਣਾ ਨਹੀਂ ਕੀਤੀ। ਤੇ ਮੈਨੂੰ ਚੁੱਕ ਦੇ ਸਮੁੰਦਰ ਦੇ ਵਿੱਚ ਸੁੱਟ ਦੋ ਤੇ ਤੂਫਾਨ ਸ਼ਾਂਤ ਹੋ ਜਾਵੇਗਾ। ਪਰ ਕੋਈ ਇਨਸਾਨ ਉਹਦਾ ਬਦਲਾ, ਜਾਣ ਦਾ ਬਦਲਾ ਨਹੀਂ ਸੀ ਦੇਣਾ ਚਾਹੁੰਦਾ। ਉਹਨਾਂ ਨੇ ਗੁਨੇ ਪਾਏ ਤੇ ਜਦੋਂ ਯਹੋਵਾ ਨੇ ਉਹਦੇ ਨਾਮ ਦਾ ਗੁਨਾਹ ਨਿਕਲਿਆ ਯੂਨਾਹ ਦੇ, ਤੇ ਯੂਨਾਹ ਨੂੰ ਚੁੱਕਿਆ ਗਿਆ ਤੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਗਿਆ। ਤੇ ਯੂਨਾਹ ਕੀ ਹੈ, ਮੱਛੀ ਦੇ ਤਹਿ ਢਿੱਡ ਦੇ ਵਿੱਚ, ਸਮੁੰਦਰ ਦੀਆਂ ਤਹਿਾਂ ਦੇ ਵਿੱਚ ਚਲਾ ਗਿਆ ਤੇ ਉੱਥੇ 3 ਦਿਨ 3 ਰਾਤਾਂ ਰਹਿਣ ਤੋਂ ਪਿੱਛੋਂ ਉਹਨੂੰ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਕੀ ਕਰਾਂ, ਯਹੋਵਾ ਦੇ ਅੱਗੇ ਪ੍ਰਾਰਥਨਾ ਕਰਾਂ। ਕਿਉਂਕਿ ਜੇ ਮੈਂ ਪ੍ਰਾਰਥਨਾ ਕਰਾਂਗਾ, ਆਪਣੇ ਪਾਪ ਦਾ ਪਛਤਾਪ ਕਰਾਂਗਾ ਤੇ ਪਰਮੇਸ਼ਵਰ ਮੇਰੀ ਸੁਣ ਲਵੇਗਾ। ਔਰ ਉਹ ਮੱਛੀ ਦੇ ਪੇਟ ਦੇ ਵਿੱਚ ਕੀ ਕਰ ਰਿਹਾ, ਆਪਣੇ ਪਾਪ ਦਾ ਪਛਤਾਪ ਕਰ ਰਿਹਾ ਕਿ ਹੇ ਪਿਤਾ, ਮੈਂ ਤੇਰੀਆਂ ਨਜ਼ਰਾਂ ਦੇ ਵਿੱਚ ਕੀ ਕੀਤਾ ਹੈ, ਪਾਪ ਕੀਤਾ ਹੈ। ਤੇ ਅੱਜ ਸਮੁੰਦਰ ਦੀਆਂ ਤਹਿਾਂ ਦੇ ਵਿੱਚ ਜਿੱਥੋਂ ਮੈਂ ਕਦੀ ਨਿਕਲ ਨਹੀਂ ਸਕਦਾ, ਉੱਥੇ ਮੈਂ ਕੀ ਕਰਦਾ ਹਾਂ, ਆਪਣੇ ਪਾਪ ਦਾ ਪਛਤਾਪ ਕਰਦਾ ਹਾਂ। ਤੇ ਖੁਦਾ ਨੇ ਉਹਦੀ ਕੀ ਕੀਤੀ, ਪ੍ਰਾਰਥਨਾ ਸੁਣ ਲਈ। ਔਰ ਦੂਸਰਾ ਅਸੀਂ ਹਵਾਲਾ ਪੜ੍ਹਦੇ ਹਾਂ ਹਜ਼ਕੀਏਲ ਦਾ, ਕਿ ਹਜ਼ਕੀਏਲ ਨੂੰ ਜਦ ਪਤਾ ਲੱਗਾ ਕਿ ਮੇਰੀ ਮੌਤ ਦਾ ਸਮਾਂ ਨੇੜੇ ਆ ਗਿਆ ਤੇ ਉਹਨੇ ਵੀ ਕੀ ਕੀਤੀ, ਪ੍ਰਾਰਥਨਾ ਸ਼ੁਰੂ ਕਰ ਦਿੱਤੀ। ਔਰ ਜਦੋਂ ਪ੍ਰਾਰਥਨਾ ਉਹਦੀ ਸੁਣੀ ਗਈ ਤੇ ਯਹੋਵਾ ਦੇ ਦੂਤ ਨੇ ਉਹਨੂੰ ਆਖਿਆ, ਹੇ ਹਜ਼ਕੀਏਲ ਤੇਰੀ ਪ੍ਰਾਰਥਨਾ ਕੀ ਆ, ਖੁਦਾ ਦੇ ਹਜ਼ੂਰ ਦੇ ਵਿੱਚ ਪਹੁੰਚ ਗਈ ਆ
ਤੇ ਤੇਰੀ ਉਮਰ ਦੇ 15 ਵਰੇ ਹੋਰ ਵਧਾ ਦਿੱਤੇ ਗਏ ਨੇ। ਸੋ ਮੇਰੇ ਅਜੀਜ਼ੋ, ਜੇਕਰ ਅੱਜ ਇਨਸਾਨ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦਾ ਹੈ ਤੇ ਉਹਦੀ ਪ੍ਰਾਰਥਨਾ ਸੁਣੀ ਜਾਵੇਗੀ, ਕਿਉਂਕਿ ਯਸ਼ਾਇਆ ਦੀ ਕਿਤਾਬ 'ਚ ਲਿਖਿਆ, ਹੁਣ ਜਿਹੜੀ ਪ੍ਰਾਰਥਨਾ ਇਸ ਜਗ੍ਹਾ ਦੇ ਉੱਤੇ ਕੀਤੀ ਜਾਵੇਗੀ, ਉਸ ਉੱਤੇ ਮੇਰੀਆਂ ਅੱਖੀਆਂ ਤੇ ਮੇਰੇ ਕੰਨ ਹਮੇਸ਼ਾ ਤੱਕ ਲੱਗੇ ਰਹਿਣਗੇ। ਅੱਜ ਖੁਦਾ ਸਾਡੀ ਪ੍ਰਾਰਥਨਾ ਨੂੰ ਸੁਣਨ ਦੇ ਲਈ ਤਿਆਰ ਹੈ। ਅੱਜ ਖੁਦਾ ਸਾਡੇ ਨਾਲ ਬੋਲਣ ਦੇ ਲਈ ਤਿਆਰ ਹੈ, ਪਰ ਕੀ ਅਸੀਂ ਖੁਦਾ ਦੇ ਨਾਲ ਗੱਲ ਕਰਨ ਦੇ ਲਈ ਤਿਆਰ ਹਾਂ? ਕਿਉਂਕਿ ਖੁਦਾ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਨ ਦੇ ਲਈ ਹਮੇਸ਼ਾ ਸਾਡੇ ਵੱਲ ਆਪਣਾ ਕੰਨ ਝੁਕਾਈ ਖੜਾ ਹੈ, ਔਰ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਤੇ ਉੱਤਰ ਦਿੰਦਾ ਹੈ। ਕਿਉਂਕਿ ਇਬਰਾਹਿਮ ਦੀ ਪ੍ਰਾਰਥਨਾ 99 ਵਰਿਆਂ ਦੇ ਵਿੱਚ ਸੁਣੀ ਗਈ ਤੇ ਖੁਦਾ ਦੀ ਆਵਾਜ਼ ਆਈ, ਹੇ ਇਬਰਾਹਿਮ, ਮੈਂ ਤੈਨੂੰ ਕੀ ਹਾਂ, ਬਰਕਤ ਦੇਣ ਵਾਲਾ ਹਾਂ। ਤੇ ਜਦੋਂ ਉਹ ਬਰਕਤ ਦੀ ਗੱਲ ਆਈ ਤੇ ਜਦ ਉਹਦੀ ਪਤਨੀ ਨੇ ਇਹ ਗੱਲ ਸੁਣੀ ਤੇ ਉਹ ਹੱਸ ਪਈ। ਖੁਦਾ ਦੇ ਦੂਤਾਂ ਦੇ ਉੱਤੇ, ਖੁਦਾ ਦੀ ਆਤਮਾ ਦੇ ਉੱਤੇ ਹੱਸ ਪਈ ਕਿ ਮੈਂ ਤਾਂ ਹੁਣ ਬੁੱਢੀ ਹੋ ਚੁੱਕੀ ਹਾਂ, ਮੇਰੀ ਤੇ ਜੰਮਣ ਦੀ ਸ਼ਮਤਾ ਵੀ ਨਹੀਂ ਰਹੀ, ਤੇ ਖੁਦਾ ਦਾ ਆਤਮਾ ਕਹਿ ਰਿਹਾ ਹੁਣ ਤੇਰੀ ਪ੍ਰਾਰਥਨਾ ਸੁਣੀ ਗਈ। ਇੰਨਾ ਚਿਰ ਹੋ ਗਿਆ ਪ੍ਰਾਰਥਨਾ ਕਰਦਿਆਂ ਨੂੰ, ਕਿਉਂ ਹੁਣ ਸੁਣੀ ਗਈ? ਕਿਉਂਕਿ ਉਹਦਾ ਮਨ ਅਜੇ ਡਵਾਂਡੋਲ ਸੀ। ਸੋ ਮੇਰੇ ਅਜ਼ੀਜ਼ੋ, ਜੇਕਰ ਕਿਸੇ ਦਾ ਵਿਸ਼ਵਾਸ ਹੈ ਕਿ ਅੱਜ ਮੈਂ ਖੁਦਾ ਦੇ ਕੋਲੋਂ ਮੰਗਾਂਗਾ ਤੇ ਖੁਦਾ ਮੈਨੂੰ ਦੇਵੇਗਾ, ਤੇ ਖੁਦਾ ਜ਼ਰੂਰ ਦੇਵੇਗਾ, ਕਿਉਂਕਿ ਹਰੇਕ ਵਿਸ਼ਵਾਸ ਦੇ ਨਾਲ ਕੀਤੀ ਹੋਈ ਪ੍ਰਾਰਥਨਾ ਫਲ ਲੈ ਕੇ ਆਵੇਗੀ। खुदा दे वचन पढ़े और सुने जाने दे उत्ते बरकत होगी। आमीन। आमीन आमीन। हमें वो दुआ करनी है जो फल लेकर आए। और खुदावन जो हम ये कहना चाहते हैं कि खुदावन जो है ही इज अवेलेबल फॉर 24 आवर्स 7 डेज। तो खुदावन क्यों अवेलेबल है हमारे लिए? कि वो हमारी आवाज सुनना चाहता है। हमें हमारी वेलबींग के लिए हमारी आवाज सुनना चाहता है, हमारे साथ फेलोशिप क्यों करता है? इस सारी चीजों का मकसद क्या है खुदावन का? यही कि खुदावन हमारी बातों पर या हमारी फरियादों पर कान लगाए और उसको कबूल फरमाए। लेकिन हमें किस तरह अपने आप को प्रेजेंट करना है और किस तरह हम खुदावन की हुजूरी में ठहराए जा सकते हैं। तो आज के टॉपिक पे हम बात करेंगे जो कि खुदावन ने हमें खुदावन हमारे हमें दिया गया है कि खुदावन किस किस्म की दुआओं को